बिल्कुल किया वा ये 540 ਚੱਕਰ 700 ਚੱਕਰ और 1000 ਚੱਕਰ ਦਾ ਸਾਨੂੰ ਟੈਸਟ ਚਾਹੀਦਾ ਵਾ। ਉਹ ਵਾਹਦ ਕੰਪਨੀ ਇਹ ਹੀ ਆ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਕਿ ਸਾਨੂੰ ਕਿਸਾਨਾਂ ਨੂੰ ਇਹ ਚੀਜ਼ ਦੇ ਸਕਦੀ। ਉਹਨਾਂ ਨੂੰ ਕਿਹਾ ਕਿ 100 HP ਦਾ ਜਾਂ 105 HP ਤੱਕ ਵੀ ਟੈਸਟ ਤਿਆਰ ਕਰੋ, ਠੀਕ ਹੈ ਜੀ। ਜਿਹੜਾ ਗੇਅਰ ਵੀ ਅੱਛੇ ਹੋਣ, ਉਹਦੀ PTO ਵੀ ਅੱਛੀ ਹੋਵੇ, ਪਾਵਰ ਵੀ ਉਹਦੀ ਅੱਛੀ ਹੋਵੇ। ਕਲਚ ਪਲੇਟ ਇਹਦੇ ਅੰਦਰ ਪਾਤੀ ਹੈ ਜਿਹੜੀ ਕਿ ਪਹਿਲੇ ਆਉਂਦੀ ਸੀ ਤੁਹਾਡੇ 455 ਨੂੰ ਆਉਂਦੀ ਸੀ, 455 ਨੂੰ ਵੀ ਆਉਂਦੀ ਸੀਗੀ, 460 ਨੂੰ ਵੀ ਆਉਂਦੀ ਸੀਗੀ ਇਹ ਕਲਚ ਪਲੇਟ, ठीक है जी। लेकिन इस क्लच प्लेट 12 इंच की क्लच प्लेट है और ਇਹਨੂੰ ਡੈਂਪਰ ਕਲਚ ਪਲੇਟ ਕਹਿੰਦੇ ਆ। ਉਹ ਆਪਾਂ ਕਲਚ ਪਲੇਟ ਵੀ ਦਿਖਾ ਦਿੰਦੇ ਕਲਚ ਪਲੇਟ। ਉਹ ਕਲਚ ਪਲੇਟ ਦਾ ਇਹ ਹੈ ਕਿ ਜਦੋਂ ਵੀ ਤੁਸੀਂ ਗੇਅਰ ਕਲਚ ਛੱਡੋਗੇ ਨਾ, ਤੁਸੀਂ ਤੁਹਾਡਾ ਟਰੈਕਟਰ ਝਟਕਾ ਨਹੀਂ ਮਾਰੇਗਾ, ਯਾਨੀ ਕਿ ਨਹੀਂ ਹੋਏਗਾ। ਦੂਸਰੇ ਨੰਬਰ ਤੇ ਗੇਅਰ ਜਿਹੜੇ ਉਹ ਬੜੀ ਆਸਾਨੀ ਨਾਲ ਲੱਗਣਗੇ ਔਰ ਉਹਦੀ ਲਾਈਫ ਜਿਹੜੀ ਉਹ ਜ਼ਿਆਦਾ ਹੋਏਗੀ। ਤੀਸਰੇ ਨੰਬਰ ਦੇ ਉੱਤੇ ਜਦੋਂ ਸਾਡੀ ਦੂਸਰੀ ਕਲਚ ਪਲੇਟ ਅਗਰ ਘਸ ਜਾਂਦੀ ਹੈ ਨਾ, ਤਾਂ ਸਾਨੂੰ ਇਹਨੂੰ ਫਰਾਈ ਵੀਲ ਨੂੰ ਟੂਲ ਲਵਾਉਣਾ ਪੈਂਦਾ ਵਾ। 2 ਟੂਲ ਤੋਂ ਬਾਅਦ ਦੇ ਵਿੱਚ ਫਰਾਈ ਵੀਲ ਤੁਹਾਡਾ ਖਤਮ ਹੋ ਜਾਂਦਾ, ਜਿਹਦੇ ਉੱਤੇ ਤੁਹਾਨੂੰ 16-17 ਹਜ਼ਾਰ ਰੁਪਏ ਦੁਬਾਰਾ ਲਾਉਣਾ ਪੈਂਦਾ ਵਾ। ਇਹ ਦੇਖੋ ਜੀ, ਇਹ ਪਹਿਲੀ ਕਲਚ ਪਲੇਟ ਹੈ ਜੀ, ਇਹ ਵਾਲੀ ਜੀ। ਇਹ 5 ਪਰੇ ਵਾਲੀ ਆ, ਇਹ 7 ਪਰੇ ਵਾਲੀ ਵੀ ਲੋਕ ਪਾਉਂਦੇ ਆ। ਜਿਸ ਟਾਈਮ 7 ਪਰੇ ਵਾਲੀ ਪਾਉਂਦੇ ਆ ਨਾ, ਤੇ ਉਹ ਕਾਰਬਨ ਜਿਹੜਾ ਹੁੰਦਾ ਨਾ ਜੀ, ਉਹ ਥੱਲੇ ਨਹੀਂ ਡਿੱਗਦਾਗਾ, ਉਹ ਨਾਲ ਹੀ ਲੱਗਾ ਰਹਿੰਦਾ ਉਹਦੇ। ਜਿਹਦੀ ਵਜ੍ਹਾ ਤੋਂ ਟਰੈਕਟਰ ਦੀ ਪਾਵਰ ਜਿਹੜੀ ਹੈ ਉਹ ਨਹੀਂ ਪੂਰੀ ਹੁੰਦੀ ਹੈ। ਹੁਣ ਕੰਪਨੀ ਨੇ ਕੀ ਕੀਤਾ ਜੀ, ਇਹ ਕਲਚ ਪਲੇਟ ਇਹਦੇ ਅੰਦਰ ਸਪਰਿੰਗ ਹੈ ਜੀ। ਅਗਰ ਟਰੈਕਟਰ ਨੂੰ ਕਿਤੇ ਵੀ ਝਟਕਾ ਲੱਗਦਾ ਨਾ ਜੀ, ਪਹਿਲੇ ਇਹ ਉਸ ਚੀਜ਼ ਨੂੰ ਕਵਰ ਕਰਦੀ ਹੈ ਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਗੇਅਰ, ਯਾਨੀ ਕਿ ਇਹਦੇ ਨਾਲ ਤੁਹਾਡੀ ਗੇਅਰਾਂ ਦੀ ਟੁੱਟ ਭੱਜ ਵੀ ਘਟੇਗੀ, ਤੁਹਾਡੇ ਇੰਜਨ ਦੀ ਪਾਵਰ ਵੀ ਪੂਰੀ ਦੇਗਾ, ਠੀਕ ਹੈ ਜੀ। ਇਹ ਚੀਜ਼ਾਂ ਹੋਣਗੀਆਂ ਇਹਦੇ ਅੰਦਰ। ਇਹ ਵੀ ਉਹਨਾਂ ਨੇ ਬਹੁਤ ਅੱਛਾ ਕੀਤਾ ਕਿ ਜਿਹੜੇ ਜਿੱਥੇ ਮਰਜੀ ਇਹਨੂੰ ਫਰੰਟ ਪਲੇਟ ਤੇ ਚਲਾ ਲਓ, ਬੈਕ ਕਰਾ ਤੇ ਚਲਾ ਲਓ, ਬੈਕ ਕਰਾ ਤੇ ਚਲਾ ਲਓ ਇਹਨੂੰ। ਇਹ ਕਲਚ ਪਲੇਟ ਜਿਹੜੀ ਹੈ ਜਲਦੀ ਖਰਾਬ ਨਹੀਂ ਹੋਏਗੀ। 2 ਚੀਜ਼ਾਂ ਹੋ ਗਈਆਂ ਜੀ। ਚੀਜ਼ ਜਿਹੜੀ ਇਹਨੇ ਕੀਤੀ ਹੈ ਜੀ ਕਿ ਇਹ ਜਿਹੜਾ ਲਾਇਆ ਨਾ ਵੋਲਟ ਜੀ, ਹਾਂਜੀ, ਇਹਦੇ ਅੰਦਰਲੀ ਸਾਈਡ ਦੇ ਉੱਤੇ ਵੀ ਮਕਨਾਤੀਸ ਆਪਾਂ ਕਹਿ ਦਈਏ ਜੀ। ਜਦੋਂ ਤੁਸੀਂ ਖੋਲੋਗੇ ਨਾ, ਇਹਦੇ ਅੰਦਰ ਵੀ ਹੋਏਗਾ ਇੱਕ ਨੀਚੇ ਪਲੇਟ ਲੱਗੀ ਹੈ, ਪਿਛਲੇ ਹਿੱਸੇ ਦੇ ਨੀਚੇ ਪਲੇਟ ਲੱਗੀ ਹੈ, ਉਹਦੇ ਅੰਦਰ ਵੀ ਮਕਨਾਤੀਸ ਹੈ। ਜਿੱਦਾਂ ਕਿ ਅਕਸਰ ਮੈਂ ਪੁਰਾਣੀਆਂ ਵੀਡੀਓ ਮੇਰੀਆਂ ਚੁੱਕ ਕੇ ਦੇਖ ਲਓ, 2016-17 ਦਾ ਵੀ ਮੈਂ ਦੱਸਿਆ ਦੋਸਤਾਂ ਨੂੰ ਕਿ ਇੱਕ ਸਪੀਕਰ ਦਾ ਲੈ ਲਓ ਮਕਨਾਤੀਸ, ਉਹ ਆਪਾਂ ਲਾਈਦਾ ਹੈਗਾ ਪਾਲੀ ਸਾਈਡ ਤੇ। ਜਦੋਂ ਆਪਾਂ ਆਇਲ ਚੈੱਕ ਕਰੀਦਾ ਵਾ, ਉੱਥੇ ਲਾ ਦੋ। ਉਹ ਵੀ ਕਚਰਾ ਜਿਹੜਾ ਛੋਟਾ ਮੋਟਾ ਕਚਰਾ ਉਹਨਾਂ ਨਾਲ ਸਾਰਾ ਇੱਥੇ ਆ ਜਾਏਗਾ, ਤੁਹਾਡਾ ਹਾਲ ਖਰਾਬ ਨਹੀਂ ਹੋਏਗਾ, ਤੁਹਾਡੇ ਗੇਅਰ ਦੇ ਵਾਇਰਿੰਗ ਨਹੀਂ ਖਰਾਬ ਹੋਣਗੇ, ਆਇਲ ਜਿਹੜਾ ਉਹ ਗੰਦਾ ਨਹੀਂ ਹੋਏਗਾ। ਇਸ ਚੀਜ਼ ਦਾ ਆਪਾਂ ਗਿਆ ਸ਼ੁਰੂ ਵਿੱਚ ਚੇਂਜ ਕਰਤੀ। ਤੀਸਰੇ ਨੰਬਰ ਦੇ ਉੱਤੇ ਇਹਨਾਂ ਨੇ ਗੇਜ ਉਹਨੂੰ ਚੇਂਜ ਕਰ ਦਿੱਤਾ। ਆਇਲ ਜਿੱਥੋਂ ਆਪਾਂ ਪਿਛਲੇ ਹਿੱਸੇ ਦੀ ਚੈੱਕ ਕਰੀਦਾ ਵਾ, ਉਹ ਗੇਜ ਨੂੰ ਇਹਨਾਂ ਨੇ ਚੇਂਜ ਕਰ ਦਿੱਤਾ। ਜਿਹੜਾ ਕਿ ਆਪਾਂ ਉਦੋਂ ਕਿਹਾ ਸੀ ਕਿ ਇਹਦੇ ਅੰਦਰ ਪਾਣੀ ਜਾ ਸਕਦਾ ਵਾ, ਕਿ ਗੇਜ ਵੈਸੇ ਵੀ ਡਿੱਗ ਸਕਦੀ ਹੈਗੀ ਹੈ, ਕਿਉਂਕਿ ਉਹਨੂੰ ਕੋਈ ਲਾਕ ਸਿਸਟਮ ਨਹੀਂ ਹੈ, ਉਹ ਇਹਨਾਂ ਨੇ ਬਿਹਤਰ ਕਰ ਦਿੱਤੀ ਹੈ। ਤੀਸਰੇ ਨੰਬਰ ਦੇ ਉੱਤੇ ਸਾਡੇ ਦੋਸਤ ਅਕਸਰ ਜਿਹੜੇ ਹੈਗੇ ਆ, ਚੀਜ਼ਾਂ ਇਹ ਛੋਟੀਆਂ ਛੋਟੀਆਂ ਵਾ ਜਿਹੜੀਆਂ ਕਿ ਕੰਪਨੀ ਨੂੰ ਤਾਂ ਦੱਸੀਆਂ ਸੀਗੀਆਂ। ਇਹ ਦੇਖੋ ਹੁਣ ਅਸੀਂ ਅਕਸਰ ਲੋਕ ਸਾਡੇ ਜਿਹੜੇ ਹੈਗੇ ਆ, ਉਹ ਬਣਾ ਕੇ ਲਾਉਂਦੇ ਆ, ਰੂਸੀ ਵਾਲੇ ਲਾ ਲੈਂਦੇ ਆ, ਲੋਹੇ ਦੇ ਲਾ ਲੈਂਦੇ ਆ, ਠੀਕ ਹੈ ਜੀ। ਨਹੀਂ ਲੱਭਦੇ ਜੀ। ਇਹ ਕੰਪਨੀ ਨੇ ਬਹੁਤ ਅੱਛਾ ਇਹਦਾ ਡਿਜ਼ਾਈਨ ਕੀਤਾ, ਠੀਕ ਹੈ ਜੀ। ਇਹ ਅਗਲੀ ਸਾਈਡ ਤੇ ਲਾ ਦਿੱਤੇ ਜੀ। ਤੀਸਰੇ ਨੰਬਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਸੀ ਨਾ ਜੀ, ਇਹ ਸਾਡੇ ਜ਼ਿਮੀਦਾਰ ਭਰਾ ਜਿਹੜੇ ਸੀ ਨਾ, ਜਿਹੜੀਆਂ ਦੂਸਰੀਆਂ ਚਿੜੀਆਂ ਲੱਗੀਆਂ ਸੀ ਨਾ, ਉਹਨੂੰ ਜਦੋਂ ਵੀ ਆਉਣਾ ਉਹ ਜਾਂ ਪਲਾਸ ਨਾ ਕਰਨਾ ਇਦਾਂ, ਕਿਉਂਕਿ ਇੱਕ ਦੋ ਦਾ ਸਾਈਜ਼ ਛੋਟਾ ਸੀਗਾ, ਜ਼ੋਰ ਨਹੀਂ ਪੂਰਾ ਲੱਗਦਾ ਸੀ। ਫਿਰ ਇਹ ਇਹਨਾਂ ਨੇ ਡਿਜ਼ਾਈਨ ਕਰਤਾ ਹੋਵੇ। ਮੈਸੀ ਦਾ ਇਹ ਵੀ ਡਿਜ਼ਾਈਨ ਆ, 398 399 ਨੂੰ ਦੇਖ ਲਓ, ਉਹਨੂੰ ਵੀ ਸੇਮ ਇਹੀ ਚੀਜ਼ਾਂ ਲੱਗੀਆਂ। ਇਹਦੇ ਵਿੱਚ ਇਹਨਾਂ ਨੇ ਇਹ ਬਿਹਤਰੀ ਕਰ। ਆਪਾਂ ਬੈਕ ਸਾਈਡ ਤੇ ਚੱਲ ਜਾਂਦੇ, ਪਲੇਟਫਾਰਮ ਜਿਹੜਾ ਹੈ ਉਹ ਇਹਨਾਂ ਨੇ ਕਵਰ ਕਰ ਦਿੱਤਾ ਵਾ, ਜਿੱਦਾਂ 4x4 ਦਾ ਪਲੇਟਫਾਰਮ। ਹਾਂਜੀ, ਪਲੇਟ ਲੱਗ ਗਈ ਹੈ। ਬਾਕੀ ਚਾਰਜਿੰਗ ਪਹਿਲੇ ਲਗਾਇਆ ਸੀ, ਉਹਦੇ ਉੱਤੇ ਵੀ ਦੋਸਤਾਂ ਨੇ ਕਿਹਾ ਸੀ ਕਿ ਬਾਕਸ ਅਸੀਂ ਰੱਖਣਾ, ਕਿਤੇ ਗੀਜ਼ੇ 'ਚ ਪਾਉਣਾ ਜਾਂ ਜੇਬ 'ਚ ਪਾਉਣਾ, ਉਹਨਾਂ ਨੇ ਬਾਕਸ ਲਾਤਾ ਵਾ ਕਿ ਇਹ ਚੀਜ਼ ਬਿਹਤਰ ਕਰ ਦਿੱਤੀ। ਬਾਕੀ ਜੋ ਸਾਹਿਬ ਇਹਦੇ ਪੱਖੇ ਵੀ ਚੇਂਜ ਹੋਏ, ਪਾੜ। ਹਾਂਜੀ, ਉਹ ਪਾੜ ਵੀ ਚੇਂਜ ਕੀਤੇ ਜੀ। ਅਕਸਰ ਪਾੜ ਜਿਹੜੇ ਹੈਗੇ ਨੇ ਜੀ, ਉਹ 4-5 ਮਹੀਨੇ ਤੋਂ ਬਾਅਦ ਦੇ ਵਿੱਚ ਜਦੋਂ ਗਰਮ ਹੋ ਜਾਂਦੇ ਸੀ ਨਾ, ਪਰ ਗਰਮ ਹੋ ਕੇ ਠੰਡੇ ਹੁੰਦੇ ਸੀ ਨਾ, ਪਾੜ ਟੁੱਟ ਜਾਂਦੇ ਸੀ ਅਕਸਰ। ਉਹ ਜਦੋਂ ਪਾੜ ਟੁੱਟਦੇ ਆ, ਤੁਹਾਡਾ ਅੱਗੇ 40-45 ਹਜ਼ਾਰ ਦਾ ਰੈਡੀਏਟਰ ਜਿਹੜਾ ਉਹ ਵੀ ਜ਼ਾਇਆ ਹੋ ਜਾਂਦਾ ਸੀ। ਅਗਰ ਉਹਦੀਆਂ 2 ਨਾਲੀਆਂ ਵੀ ਖਰਾਬ ਹੁੰਦੀਆਂ ਸੀ, ਸਹੀ ਕਰਾਉਂਦੇ ਸੀ ਦੁਬਾਰਾ, ਉਹ ਫਿਰ ਹੀਟ ਅਪ ਹੋਣ ਸ਼ੁਰੂ ਹੋ ਜਾਂਦਾ ਸੀ। PTO ਸ਼ਾਫਟ ਇਹਦਾ ਬੈਰਿੰਗ ਅਕਸਰ ਟੁੱਟ ਜਾਂਦਾ ਸੀਗਾ, ਜਿਹੜਾ ਕਿ ਪਹਿਲੇ 10 ਗੋਲੀ ਦਾ ਸੀ, ਉਹ 15 ਗੋਲੀ ਦਾ ਕਰ ਦਿੱਤਾ, ਉਹਨੂੰ ਇਹਨਾਂ ਨੇ ਬਿਹਤਰ ਕਰ ਦਿੱਤਾ। ਇਹ ਵੀ ਬਹੁਤ ਅੱਛੀ ਗੱਲ ਹੈ ਜੀ। ਦੇਖਿਆ ਨਹੀਂ ਤੁਸੀਂ, ਤੇ ਜਦੋਂ ਦੋਸਤ ਚਲਾਉਣਗੇ ਉਹਨਾਂ ਨੂੰ ਪਤਾ ਚੱਲ ਜਾਏਗਾ ਵੀ ਕੀ ਚੀਜ਼ ਹੈ। ਕਿਉਂਕਿ ਮੈਂ ਫਿਰ ਬਾਰ-ਬਾਰ ਇਹੀ ਗੱਲ ਦੱਸਦਾ, ਕਿਉਂਕਿ ਅਕਸਰ ਦੋਸਤਾਂ ਨੇ ਤੇ ਕਮੈਂਟ ਕਰਨਾ ਵੀ ਕੀ ਕੀਤਾ ਕੀ ਨਹੀਂ। ਅਸੀਂ ਪਹਿਲੇ ਦੱਸ ਰਹੇ ਵੀ ਛੋਟੀਆਂ ਚੀਜ਼ਾਂ ਨੂੰ ਇਹਨਾਂ ਨੇ ਬਿਹਤਰ ਕੀਤਾ ਵਾ। ਬਾਕੀ ਜੇ ਤੁਸੀਂ ਕਹੋ ਵੀ ਇਹਨਾਂ ਨੇ ਇੰਜਨ ਇਹਦੇ ਵਿੱਚ F60 ਨਾਲ ਰੱਖ ਦਿੱਤਾ ਜਾਂ ਕੋਈ ਰੱਖ ਦਿੱਤਾ, ਤੁਹਾਡਾ ਸੀ ਤੁਹਾਡੇ ਜਿਹੜੇ ਹੈਗੀ ਆ, ਤੁਹਾਡੇ ਅੰਦਰ ਹਡਾਲਕ ਪੰਪ ਨੂੰ ਝਟਕੇ ਲੱਗਦੇ ਵੀ ਤੁਹਾਡੀ PTO ਸ਼ਾਫਟ ਦੀ ਸੀਲ ਲੀਕ ਕਰਨ ਲੱਗ ਜਾਂਦੀ ਹੈ। ਕੰਮ ਕਰ ਰਹੇ ਆ, ਇਹ ਬਿਹਤਰ ਕਰ ਰਹੇ ਆ, ਜਾਂ ਅਸੀਂ ਇਹਨੂੰ ਹੋਰ ਵੀ ਬਿਹਤਰ ਕਰ ਸਕਦੇ ਹਾਂ। ਅਸੀਂ ਕੰਪਨੀ ਨੂੰ ਰਾਏ ਦਈਏ ਕਿ ਜੀ ਇਹ ਚੀਜ਼ ਜਿਹੜੀ ਹੈਗੀ ਇਹਨੂੰ ਤੁਸੀਂ ਬਿਹਤਰ ਕਰੋ। ਅਗਰ ਉਹ ਸਾਡੇ ਨਾਲ ਇੱਥੇ ਵੀ ਆਉਣਾ ਚਾਹਵੇ, ਪਿਛਲੀ ਦਫਾ ਵੀ ਦੱਸਿਆ ਸੀਗਾ ਕਿ ਜੇ ਅਗਰ ਕਿਸੇ ਨੇ ਆਉਣਾ ਹੋਵੇ, ਉਹ ਇੱਥੇ ਆ ਸਕਦਾ ਵਾ, ਉਹਨਾਂ ਨਾਲ ਗੱਲਬਾਤ ਕਰ ਸਕਦਾ, ਮਿਲਰ ਦੀ ਟੀਮ ਨਾਲ ਗੱਲਬਾਤ ਕਰ ਸਕਦਾ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ। ਹੁਣ ਆਪਾਂ ਸਾਰਿਆਂ ਨੇ ਦੱਸਿਆ ਕਿ ਸਾਨੂੰ ਇਹਦੀ PTO ਸ਼ਾਫਟ ਜਿਹੜੀ ਹੈਗੀ ਉਹ 540 ਚੱਕਰ ਹੈ, 740 ਹੋ ਗਏ, 1000 ਚੱਕਰ ਹੋ ਗਿਆ, ਬਸ PTO ਹੋ ਗਈ। ਇਹ ਸਾਨੂੰ ਚੀਜ਼ਾਂ ਚਾਹੀਦੀਆਂ ਵਾ। ਗੇਅਰ ਬਕਸ ਨੂੰ ਚੇਂਜ ਕਰੋ, ਇਹਦੇ ਨੂੰ ਇੰਜਨ ਨੂੰ ਚੇਂਜ ਕਰੋ, ਇਹਦੇ ਨੂੰ ਉਹ ਮੁਕੰਮਲ ਇੱਕ ਲਹਿਦਾ ਹੀ ਟੈਸਟ ਤਿਆਰ ਹੋਏਗਾ। ਇਹਨੂੰ ਨਹੀਂ ਉਹ ਕੁਝ ਵੀ ਕਰ ਸਕਦੇ ਜਿੱਥੇ ਤੇ ਸਾਡਾ ਖਿਆਲ ਹੈ। ਬਾਕੀ ਛੋਟੀਆਂ ਚੀਜ਼ਾਂ ਜਿਹੜੀਆਂ ਹੈ ਉਹ ਇਹਨਾਂ ਨੇ ਬਿਲਕੁਲ ਅੱਛੀਆਂ ਕਰ ਦਿੱਤੀਆਂ ਜੀ। ਇਹ ਉੱਪਰ 에ਅਰ ਕਲੀਨਰ ਦਾ ਉੱਪਰ ਜਿਹੜਾ ਪਲਾਸਟਿਕ ਦਾ ਲੱਗਾ ਵਾ ਜੀ, ਇਹਨਾਂ ਨੂੰ ਕਿਹਾ ਵੀ ਇਹਨੂੰ ਬਰਾਏ ਮਿਹਰਬਾਨੀ ਇੱਕ ਤਾਂ ਲੋਹੇ ਦਾ ਕਰ ਦਿਓ, ਜਿੱਦਾਂ 240 ਨੂੰ ਕੀਤਾ ਵਾ ਜਾਂ 360 ਨੂੰ ਕੀਤਾ ਹੋਇਆ ਵਾ, 260 ਨੂੰ ਕੀਤਾ ਵਾ। ਇਹ ਚੀਜ਼ ਹੋ ਗਈ ਜੀ। ਬਾਕੀ ਆਪਾਂ ਸਟੀਅਰਿੰਗ ਵੀਲ ਤੇ ਆ ਜਾਂਦੇ ਆ ਜੀ। ਇਹਦੇ ਆ ਦੇਖੋ ਜੀ, ਸਟੀਅਰਿੰਗ ਵੀਲ ਜਿਹੜਾ ਨਾ ਜੀ,
ਇਹਦੇ ਇਹ ਲਾਤੇ ਜੀ ਇਹਨਾਂ ਨੇ ਉੱਪਰ, ਇਹਦੇ ਅੰਦਰ ਨਾ ਪਾਣੀ ਜਾਏਗਾ ਨਾ ਮਿੱਟੀ ਜਾਏਗੀ, ਵਾਇਰਿੰਗ ਨਹੀਂ ਖਰਾਬ ਹੋਊਗੀ। ਆਪਾਂ ਦੱਸਿਆ ਸੀ ਜੀ ਉੱਪਰ ਚੜ੍ਹਨ ਵਾਸਤੇ ਕੋਈ ਚੀਜ਼ ਹੋਣੀ ਚਾਹੀਦੀ ਵੀ ਅਸੀਂ ਸਿੱਧਾ ਹੀ ਇਹਨੂੰ ਹੱਥ ਪਾਈਦਾ ਵਾ, ਉਹ ਚਲੋ ਬਿਹਤਰ ਕਰ ਦਿੱਤਾ ਜੀ। ਠੀਕ ਹੈ ਜੀ, ਚੀਜ਼ਾਂ ਇਸੇ ਤਰ੍ਹਾਂ ਹੀ ਆ ਜੀ ਕਿ ਜਿੰਨਾ ਹੁੰਦਾ ਵਾ ਆਹਿਸਤਾ ਆਹਿਸਤਾ ਜਿਹੜੇ ਉਹਦੇ ਵਿੱਚ ਚੇਂਜਿੰਗ ਲੈ ਕੇ ਆ ਰਹੇ ਆ, ਤੇ ਇਹ ਸਾਨੂੰ ਵੀ ਲੋਕਾਂ ਨੂੰ ਦੁਆਵਾਂ ਦੇਣੀਆਂ ਚਾਹੀਦੀਆਂ ਵਾ, ਲੋਕਾਂ ਤੱਕ ਪਹੁੰਚਾ ਦਿੰਦੇ ਆ, ਤੇ ਕੰਪਨੀ ਨੂੰ ਵੀ ਦੁਆਵਾਂ ਦੇਣੀਆਂ ਚਾਹੀਦੀਆਂ ਵਾ ਕਿ ਜਿਹੜਾ ਉਹ ਸਾਡੀ ਗੱਲ ਮੰਨ ਕੇ ਕਰ ਦਿੰਦੇ ਆ, ਤੇ ਜਿਨ੍ਹਾਂ ਨੇ ਗਾਲਾਂ ਕੱਢਣੀਆਂ ਉਹਨਾਂ ਨੇ ਕੱਢਣੀਆਂ ਵਾ, ਜਿਹੜੇ ਸਮਝਦਾਰ ਉਹ ਕਦੀ ਗਾਲ ਨਹੀਂ ਕੱਢਦੇ ਹੈਗੇ। ਅੱਛਾ ਚੌਧਰੀ ਸਾਹਿਬ ਇੱਕ ਹੋਰ ਥੋੜਾ ਜਿਹਾ ਸਾਡੇ ਇਲਮ 'ਚ ਇਜ਼ਾਫਾ ਕਰ ਦਿਓ। ਆ ਜਿਹੜਾ ਮਿਲਤ ਦੇ ਬਲਾਕ ਉੱਤੇ M4 ਤੋਂ ਬਗੈਰ M4 ਤੋਂ ਹੁੰਦਾ ਵਾ, ਇਹਦਾ ਕੀ ਮਾਮਲਾ ਵਾ? ਦੇਖੋ ਜੀ ਇਹ ਥੋੜਾ ਜਿਹਾ ਗਾਈਡ ਕਰ ਦਿਓ। ਇੱਕ ਦੇ ਉੱਤੇ M4 ਲਿਖਿਆ ਹੋਇਆ ਵਾ, ਇੱਕ ਦੇ ਉੱਤੇ ਉਹ ਵੈਸੇ 11/095 ਲਿਖਿਆ ਹੋਇਆ ਵਾ। ਦੇਖੋ ਜੀ ਅਗਰ ਕੰਪਨੀ ਇੱਕ ਚੀਜ਼ ਹੀ ਲਵੇ, ਜਿਸ ਤਰ੍ਹਾਂ ਤੁਸੀਂ ਦੇਖ ਲਓ ਵੀ ਕੰਪਨੀ ਜਨਰਲ ਦਾ ਟਾਇਰ ਵੀ ਪਾ ਰਹੀ ਹੈ, ਪੈਂਥਰ ਵੀ ਪਾ ਰਹੀ ਹੈ, ਸਰਵਿਸ ਵੀ ਪਾ ਰਹੀ ਹੈ, ਤਿੰਨੋਂ ਟਾਇਰ ਪਾ ਰਿਹਾ ਨਾ। ਅਗਰ ਕੰਪਨੀ ਇੱਕ ਚੀਜ਼ ਕੋ ਲਵੇ, ਹੁਣ ਤੁਹਾਡੇ ਕੋਈ ਇੱਕ ਚੀਜ਼ ਲੈਣੀ ਆ, ਤੁਸੀਂ ਕਹਿੰਦਾ ਮੈਂ ਤੇ ਦੇਣੀ ਹੈ 5 ਰੁਪਏ ਦੀ, ਉਹ ਮਾਰਕੀਟ ਤੋਂ ਲੱਭਦੀ ਹੋਵੇ 4000 ਦੀ, ਤੁਹਾਡਾ ਵੀ ਕੰਪਨੀ ਨੇ ਦਿਮਾਗ ਨਹੀਂ ਖਰਾਬ ਕਰਨਾ ਨਾ। ਉਹ ਫਿਰ ਜਿੱਥੋਂ ਦਿਲ ਕਰਦਾ ਉਹਨਾਂ ਦਾ ਲੈ ਲੈਂਦੇ ਆ, ਜਿੱਥੋਂ ਉਹਨਾਂ ਨੂੰ ਲੱਭਦਾ ਉਹ ਲੈ ਲੈਂਦੇ ਆ, ਚੁੱਕ ਲੈਂਦੇ। ਇਹ ਚੀਜ਼ਾਂ ਹੁੰਦੀਆਂ ਇਹਦੇ ਵਿੱਚ। ਬਾਕੀ ਚੀਜ਼ ਜਿਹੜੀ ਹੈਗੀ ਇਹਦੇ ਅੰਦਰ ਜਿਹੜੀ ਚੀਜ਼ ਚੱਲ ਰਹੀ ਉਹ ਸੇਮ ਇੱਕ ਹੀ ਆ, ਇੱਕੋ ਥਾਂ ਤੇ ਫਿਟਿੰਗ ਹੋ ਰਹੀ ਹੈ, ਸਾਰਾ ਕੁਝ ਇੱਕ ਹੀ ਹੋ ਰਿਹਾ। ਵੈਂਡਲ ਦਾ ਫਰਕ ਹੋ ਜਾਂਦਾ, ਯਾਨੀ ਕਿ ਜਿਹੜਾ ਆ M4 ਵਾਲਾ ਵਾਈਂਡਰ ਹੋਰ ਆ, ਉਹ ਦੂਸਰਾ ਵਾਈਂਡਰ ਹੋਰ। ਹਾਂਜੀ ਇਹ ਹੋਰ ਹੁੰਦੇ ਸੀ। ਇਹ ਟੋਟਲ ਬਲਾਕ ਤੇ ਜਿਹੜੇ ਚਾਈਨਾ ਚ ਆਉਂਦੇ ਵੱਡੇ ਟਰੈਕਟਰ ਦੇ, ਛੋਟੇ ਦੇ ਮੇਰਾ ਖਿਆਲ ਇੱਥੇ ਆ, ਲੇਕਿਨ 75-85 ਜਿਹੜਾ ਹੈ ਇਹਦੇ ਟੋਟਲ। ਦੋਸਤਾਂ ਦੀ ਵੀਡੀਓ ਪੁਰਾਣੀਆਂ ਸਾਡੀਆਂ ਦੇਖੀਆਂ ਹੋਣਗੀਆਂ, ਉਹਦੇ ਵਿੱਚ ਅਸੀਂ ਕੰਪਨੀ ਨੂੰ ਥੋੜੇ ਜਿਹੇ ਸਵਾਲ ਦੱਸ ਕੇ ਗਏ ਸੀਗੇ ਕਿ ਟਰੈਕਟਰ ਦੇ ਵਿੱਚ ਇਸ ਚੀਜ਼ ਦੀ ਕਮ ਸੇ ਕਮ ਇਹਦੀ ਤੁਸੀਂ ਥੋੜੀ ਜਿਹੀ ਚੇਂਜਿੰਗ ਕਰ ਦਿਓ। ਠੀਕ ਹੈ ਜੀ, ਬਾਕੀ ਤੋਂ ਉਹਨਾਂ ਨੂੰ ਕਿਹਾ ਕਿ 100 HP ਦਾ ਜਾਂ 105 HP ਤੱਕ ਵੀ ਟਰੈਕਟਰ ਤਿਆਰ ਕਰੋ। ਠੀਕ ਹੈ ਜੀ, ਜਿਹੜਾ ਗੇਅਰ ਵੀ ਅੱਛੇ ਹੋਣ, ਉਹਦੀ PTO ਵੀ ਅੱਛੀ ਹੋਵੇ, ਪਾਵਰ ਵੀ ਉਹਦੀ ਅੱਛੀ ਹੋਵੇ, ਉਹ ਤੇ ਇੱਕ ਲਹਿਦਾ ਇਸ਼ੂ ਹੁੰਦਾ। ਲੇਕਿਨ ਜਿਹੜੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਦੱਸ ਕੇ ਗਏ ਸੀਗੇ ਉਹਦੇ ਉੱਪਰ ਗੱਲਬਾਤ ਕੀਤਾ ਵਾ। ਇਹ 540 ਚੱਕਰ, 700 ਚੱਕਰ ਔਰ 1000 ਚੱਕਰ ਦਾ ਸਾਨੂੰ ਟਰੈਕਟਰ ਚਾਹੀਦਾ ਵਾ। ਉਹ ਵਾਹਦ ਕੰਪਨੀ ਇਹ ਹੀ ਆ ਪਾਕਿਸਤਾਨ ਦੀ ਸਭ ਤੋਂ ਵੱਡੀ ਜਿਹੜੀ ਕਿ ਸਾਨੂੰ ਕਿਸਾਨਾਂ ਨੂੰ ਇਹ ਚੀਜ਼ ਦੇ ਸਕਦੀ ਹੈ। ਅਸੀਂ ਇਹਦੇ ਉੱਤੇ ਗੱਲ ਮੇਨ ਇਹੀ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਅਸੀਂ ਚੇਂਜਿੰਗਾਂ ਦੱਸ ਕੇ ਗਏ ਸੀਗੇ, ਆਇਆ ਕਿ ਉਹ ਕੰਪਨੀ ਨੇ ਦੂਰ ਕੀਤੀਆਂ ਵਾ। ਅਗਰ ਤਾਂ ਉਹਨਾਂ ਨੇ ਦੂਰ ਕੀਤੀਆਂ ਵਾ, ਦੋਸਤਾਂ ਨੇ ਵੀ ਦੇਖ ਲੈਣੀਆਂ ਉਹ, ਜਿਹੜੀਆਂ ਅੱਜ ਤੋਂ ਅਸੀਂ 6 ਮਹੀਨੇ ਪਹਿਲੇ ਦੱਸ ਕੇ ਗਏ। ਵੀਡੀਓ ਪਈ ਆ, ਉਹ ਵੀਡੀਓ ਵੀ ਦੇਖ ਸਕਦੇ ਆ। ਅਗਰ ਤਾਂ ਉਹਦੇ ਵਿੱਚ ਚੇਂਜਿੰਗ ਹੈ, ਇਹਦਾ ਮਤਲਬ ਹੈ ਵੀ ਕੰਪਨੀ ਜਿਹੜੀ ਉਹ ਕਿਸਾਨਾਂ ਵਾਸਤੇ ਕੁਝ ਨਾ ਕੁਝ ਕਰ ਰਹੀ ਆ। ਅਗਰ ਉਹ ਨਹੀਂ ਕੀਤੀਆਂ ਹੈਗੀਆਂ ਤੇ ਫਿਰ ਸਾਡਾ ਵੀ ਉਹਨਾਂ ਫਜ਼ੂਲ ਵਾ ਤੇ ਇਹਨਾਂ ਦਾ ਵੀ ਕੰਮ ਕਰਨਾ ਫਜ਼ੂਲ ਆ ਸਾਡੀ ਨਜ਼ਰ। ਠੀਕ ਹੈ ਜੀ, ਕਿਉਂਕਿ ਅਸੀਂ ਵੀ ਇੱਕ ਫਾਰਮਰ ਵਾ, ਅਸੀਂ ਇਹ ਚੀਜ਼ਾਂ ਨੂੰ ਚਾਹੁੰਦੇ ਆ ਕਿ ਕੰਪਨੀ ਜਿਹੜੀ ਹੈਗੀ ਇਹਦੇ ਵਿੱਚ ਚੇਂਜਿੰਗਾਂ ਕਰੇ। ਸਭ ਤੋਂ ਪਹਿਲੇ ਮੈਂ ਦੋਸਤਾਂ ਨੂੰ ਦੱਸਦਾ ਚੱਲਾਂ ਕਿ ਅਸੀਂ ਸਭ ਤੋਂ ਪਹਿਲੇ ਇਹ ਚੀਜ਼ ਕਹੀ ਸੀ ਕਿ ਇਸ ਜਗ੍ਹਾ ਤੋਂ ਆਇਲ ਆਂਦਾ ਵਾ, ਯਾਨੀ ਕਿ ਗੇਅਰ ਬਕਸ ਦੇ ਉੱਪਰ ਜਿਹੜਾ ਉਹ ਕੈਪ ਲੱਗਾ ਨਾ ਜੀ, ਉਤੋਂ ਆਇਲ ਬਾਹਰ ਆਂਦਾ ਰਹਿੰਦਾ ਵਾ। ਅਕਸਰ ਅਸੀਂ ਟਰੈਕਟਰ ਨੂੰ ਧੋਈਦਾ ਵਾ ਜਾਂ ਕੱਦੂ ਟਰੈਕਟਰ ਨੂੰ ਕਰੀਦਾ ਨਾ ਜ਼ਮੀਨ ਦੇ ਅੰਦਰ, ਉਹਦੇ ਵਿੱਚ ਵੀ ਇਹ ਪਾਣੀ ਇੱਥੋਂ ਵੀ ਜਾਣ ਦਾ ਖਤਰਾ ਹੁੰਦਾ ਵਾ ਔਰ ਸਾਰਾ ਉਹ ਲੀਕੇਜ ਹੁੰਦੀ ਹੈ ਤੇ ਉਹ ਆਇਲ ਜਿਹੜਾ ਉਹ ਸਾਰਾ ਉਹਦੇ ਉੱਪਰ ਆਂਦਾ ਵਾ, ਜਿਹਦੀ ਵਜ੍ਹਾ ਤੋਂ ਪੇਂਟ ਵੀ ਉਸ ਜਗ੍ਹਾ ਤੋਂ ਖਰਾਬ ਹੋ ਜਾਂਦਾ ਵਾ। ਨੰਬਰ 1 ਇਹ ਅਸੀਂ ਦੱਸਿਆ ਸੀ। ਦੂਸਰੇ ਨੰਬਰ ਦੇ ਉੱਪਰ ਆਪਾਂ ਦੱਸਿਆ ਸੀ ਜਿੱਥੋਂ ਆਪਾਂ ਆਇਲ ਪਾਈਦਾ ਵਾ ਇੰਜਨ ਦੇ ਅੰਦਰ, ਇਸ ਆਇਲ ਕੱਪ ਦਾ ਆਪਾਂ ਦੱਸਿਆ ਸੀਗਾ ਜੀ ਕਿ ਆਇਲ ਕੱਪ ਜਿਹੜਾ ਇੱਕ ਤੇ ਅੰਦਰਲੀ ਸਾਈਡ ਤੇ ਆ ਗਿਆ, ਸੋਹਣਾ ਲੱਗ ਰਿਹਾ ਵਾ। ਦੂਸਰੇ ਨੰਬਰ ਦੇ ਉੱਤੇ ਇਹਦੇ ਅੰਦਰ ਹੁਣ ਪਾਣੀ ਨਹੀਂ ਜਾਏਗਾ, ਇਹਦੇ ਅੰਦਰ ਨਾ ਹੀ ਆਇਲ ਬਾਹਰ ਆਏਗਾ ਇੱਥੋਂ ਦੀ। ਦੂਸਰੀ ਚੇਂਜਿੰਗ ਇਹਨਾਂ ਨੂੰ ਆਪਾਂ ਇਹ ਦੱਸੀ ਸੀ, ਵੀਡੀਓ ਪੁਰਾਣੀ ਚੁੱਕ ਕੇ ਦੇਖ ਸਕਦੇ ਆ, ਉਹ ਕੰਪਨੀ ਨੇ ਕੀਤੀ ਹੈ ਜੀ। ਉਹ ਕੰਪਨੀ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ